ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗ ਗੁਰ ਪ੍ਰਸਾਦ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪਰਤਖ ਗੁਰੂ ਨਿਸਤਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪਰਤਖ ਗੁਰੂ ਨਿਸਤਾਰੇ। ਜੁਗੋ ਜੁਗ ਅਟਲ ਹਾਜ਼ਰਾਂ ਹਜੂਰ, ਜਹਰਾਂ ਜ਼ਹੂਰ, ਸਰਬ ਕਲਾ ਭਰਪੂਰ ਸਮਰੱਥ ਗੁਰੂ। ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ, ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੱਚ ਦੀ ਵਿਚਾਰਧਾਰਾ ਅਧੀਨ ਜੁੜ ਬੈਠੇ ਹਫ਼ਤਾਵਾਰੀ ਗੁਰਮਤਿ ਕਲਾਸ ਦੇ ਅੰਦਰ ਗੁਰਮੁਖ ਪਿਆਰਿਓ, ਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਅਪਾਰ ਬਖਸ਼ਿਸ਼ ਰਹਿਮਤ ਸਦਕਾ ਅਤੇ ਗੁਰੂ ਪਾਤਸ਼ਾਹ ਜੀ ਦੇ ਬਖਸ਼ਿਸ਼ ਕੀਤੇ ਉਦਮ ਉਪਰਾਲੇ ਸਦਕਾ ਜੁੜ ਬੈਠ ਕੇ ਗੁਰਮਤਿ ਨੂੰ ਸਮਝਣ ਤੇ ਸਮਝਾਉਣ ਦੇ ਇਸ ਵਿਸ਼ੇ ਦੇ ਅੰਦਰ ਹਫ਼ਤਾਵਾਰੀ ਗੁਰਮਤਿ ਕਲਾਸ ਵਿੱਚ ਜੁੜ ਬੈਠੇ ਹੋ। ਆਓ ਗੁਰਮਤਿ ਦੀਆਂ ਵਿਚਾਰਾਂ ਤੋਂ ਪਹਿਲਾਂ, ਸ਼ਬਦ ਦੀ ਵਿਚਾਰ ਤੋਂ ਪਹਿਲਾਂ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਵੱਲੋਂ ਬਖਸ਼ਿਸ਼ ਕੀਤੀ ਹੋਈ ਫਤਿਹ ਨਾਲ ਸਾਂਝ ਪਾਈਏ। ਪ੍ਰਵਾਨੋ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚੂੰਕਿ ਸ਼ਾਮਾਂ ਨੂੰ ਸਾਰਿਆਂ ਨੇ ਸੋਦਰ ਕੀਤਾ ਹੈ, ਤੇ ਆਓ ਸੋਦਰ ਦੇ ਦੂਜੇ ਸ਼ਬਦ ਨੂੰ ਸਮਝਣ ਦਾ ਯਤਨ ਕਰੀਏ। ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਅੱਗੇ ਅਰਦਾਸ ਬੇਨਤੀ ਜੋਦੜੀ, ਪਾਤਸ਼ਾਹ ਕਿਰਪਾ ਕਰਨੀ, ਆਪ ਆਪਣੀ ਪਾਵਨ ਬਾਣੀ ਦੀ ਵਿਚਾਰ ਕਰਵਾ ਲੈਣੀ। ਸਮੁੱਚੀ ਵਿਚਾਰ ਦੇ ਵਿੱਚੋਂ ਸੱਚ ਰੂਪੀ ਉਪਦੇਸ਼ ਸਾਡੇ ਹਿਰਦੇ ਦਾ ਸ਼ਿੰਗਾਰ ਬਣ ਆਵੇ, ਤਾਂ ਕਿ ਜੀਵਨ ਸਫਲ ਗਿਣਿਆ ਜਾ ਸਕੇ। ਸਤਿਗੁਰੂ ਸੱਚੇ ਪਾਤਸ਼ਾਹ ਬਖਸ਼ਿਸ਼ ਪਿਆ ਕਰਦੇ। ਆਸਾ ਮਹਿਲਾ ਪਹਿਲਾ। ਸੁਣ ਵੱਡਾ ਆਖੈ ਸਭ ਕੋਏ, ਕਿ ਵੱਡ ਵੱਡਾ ਡੀਠਾ ਹੋਏ। ਕੀਮਤ ਪਾਏ ਨਾ ਕਹਿਆ ਜਾਏ, ਕਹਿਣੇ ਵਾਲੇ ਤੇਰੇ ਰਹੇ ਸਮਾਏ। ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ, ਗੁਣੀ ਗਹੀਰਾ। ਕੋਏ ਨਾ ਜਾਣੈ ਤੇਰਾ ਕੀਤਾ ਕੇ ਵੱਡ ਚੀਰਾ। ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ। ਤੁਧ ਵਿਣ ਸਿਧੀ ਕਿਨੈ ਨਾ ਪਾਈਆ, ਕਰਮ ਮਿਲੈ ਨਾਹੀ ਠਾਕ ਰਹਾਈਆ। ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ। ਜਿਸ ਤੂੰ ਦੇ
तिसे क्या चारा, नानक सच सवारण हारा। जिस तू दे तिसे क्या चारा, नानक सच सवारण हारा। वाहिगुरु जी का खालसा, वाहिगुरु जी की फतेह। सतगुरु सच्चे पातशाह धन साहिब श्री गुरु नानक पातशाह महाराज जी का पावन शब्द आशा राग ਦੇ ਅੰਦਰ ਜਿੱਥੇ ਸੋਧਰ ਦੇ ਸ਼ਬਦ ਦੇ ਵਿੱਚ ਦੂਜੇ ਨੰਬਰ ਦਾ ਸ਼ਬਦ ਹੈ, ਉੱਥੇ ਆਸ਼ਾ ਰਾਗ ਦੇ ਅੰਦਰ ਵੀ ਆਪਣੀ ਜਗ੍ਹਾ ਤੇ ਸੁਭਾਈਮਾਨ ਹੈ। ਕਿਉਂਕਿ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਜਿਸ ਸਮੇਂ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਪਾਦਨਾ ਕੀਤੀ ਤੇ ਸੰਪਾਦਨਾ ਵੇਲੇ ਪਾਤਸ਼ਾਹ ਜੀ ਨੇ ਸੋਧਰ ਬਾਣੀ ਦੀ ਵੀ ਸੰਪਾਦਨਾ ਕੀਤੀ ਹੈ। ਕਿਉਂਕਿ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਤੋਂ ਲੈ ਕੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਤੱਕ ਸੋਧਰ ਦਾ ਕੇਵਲ ਪਹਿਲਾ ਸਰੂਪ, ਪਹਿਲਾ ਸ਼ਬਦ ਹੀ ਪਹਿਲਾ ਸਰੂਪ ਸੀ। ਕੇਵਲ ਸੋਧਰ ਤੇਰਾ ਕੇਹਾ ਸੋ ਕਰ ਕੇਹਾ ਜਿਤ ਬਹਿ ਸਰਬ ਸੰਭਾਲੇ ਵਾਲਾ ਕੇਵਲ ਇੱਕ ਸ਼ਬਦ ਪੜਿਆ ਜਾਂਦਾ ਸੀ। ਪਰ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਜਿਸ ਸਮੇਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਆਦ ਬੀੜ ਤਿਆਰ ਕੀਤੀ, ਸੰਪਾਦਨਾ ਕੀਤੀ ਬਾਣੀ ਦੀ, ਤੇ ਫਿਰ ਸੋਧਰ ਬਾਣੀ ਦਾ ਸਰੂਪ ਜਿਹੜੇ 9 ਸ਼ਬਦਾਂ ਦਾ ਸਰੂਪ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਵੇਖਦੇ ਹਾਂ, ਉਹ ਸਰੂਪ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਆਪ ਆਪਣੀ ਚੋਣ ਕਰਕੇ, ਸ਼ਬਦਾਂ ਦੀ ਚੋਣ ਕਰਕੇ ਤਰਤੀਬ ਵਾਈਜ਼, ਸਬਜੈਕਟ ਵਾਈਜ਼ ਪਾਤਸ਼ਾਹ ਜੀ ਨੇ ਸੋਧਰ ਦਾ ਸਰੂਪ ਕੰਪਲੀਟ ਕੀਤਾ ਹੈ। ਇਸ ਲਈ ਅਸੀਂ ਵੇਖਦੇ ਹਾਂ ਕਿ ਸੋਧਰ ਦੇ ਸ਼ਬਦ ਤੋਂ ਬਾਅਦ, ਪਹਿਲੇ ਸ਼ਬਦ ਤੋਂ ਬਾਅਦ ਦੂਜਾ ਸ਼ਬਦ ਆਸਾ ਰਾਗ ਦਾ ਹੈ ਤੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਹੀ ਪਾਵਨ ਸ਼ਬਦ ਹੈ। ਪਾਵਨ ਸ਼ਬਦ ਦੇ ਵਿੱਚ ਬਖਸ਼ਿਸ਼ ਪਿਆ ਕਰਦੇ, ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ, ਕੋਈ ਨ ਜਾਣੈ ਤੇਰਾ ਕੀਤਾ ਕੇ ਵੱਡ ਚੀਰਾ। ਰਹਾਉ, ਇਹ ਰਹਾਉ ਵਾਲਾ ਬੰਦ ਹੈ। ਸ਼ਬਦ ਦੇ ਅੰਦਰ ਰਹਾਉ, ਰਹਾਉ ਦਾ ਭਾਵ ਹੈ ਠਹਿਰੋ, ਰੁਕੋ ਜ਼ਰਾ। ਕਿਉਂਕਿ ਸ਼ਬਦ ਦੇ ਰਹਾਉ ਦੇ ਬੰਦ ਵਿੱਚ ਸ਼ਬਦ ਦਾ ਕੇਂਦਰੀ ਭਾਵ ਹੈ ਤੇ ਸਮੁੱਚਾ ਸ਼ਬਦ ਉਸ ਕੇਂਦਰੀ ਭਾਵ ਦੀ ਹੀ ਵਿਆਖਿਆ ਪਿਆ ਕਰਦਾ ਹੈ। ਤੇ ਜੋ ਕੇਂਦਰੀ ਭਾਵ, ਸੈਂਟਰਲ ਆਈਡੀਆ ਜਿਹਨੂੰ ਅਸੀਂ ਆਖਦੇ ਹਾਂ, ਜੇ ਉਹ ਸਮਝ ਆ ਗਿਆ ਤੇ ਸਮਝੋ ਪੂਰਾ ਸ਼ਬਦ ਸਮਝ ਆ ਜਾਏਗਾ। ਇਸ ਲਈ ਰਾਗੀ ਸਿੰਘਾਂ ਨੂੰ ਹਿਦਾਇਤ ਕੀਤੀ ਜਾਂਦੀ ਹੈ, ਜਦੋਂ ਸਿੱਖ ਰਹਿਤ ਮਰਿਆਦਾ ਦੀ ਗੱਲ ਵੇਖਦੇ ਹਾਂ ਤੇ ਉੱਥੇ ਵੀ ਰਾਗੀ ਸਿੰਘਾਂ ਨੂੰ ਹਿਦਾਇਤ ਹੈ, ਕੀਰਤਨ ਕਰਨ ਲੱਗਿਆਂ ਟੇਕ ਜਿਹੜੀ ਹੈ ਉਹ ਰਹਾਉ ਦੀ ਪੰਕਤੀ ਨੂੰ ਬਣਾਉਣੀ ਹੈ। ਪਰ ਚੂੰਕਿ ਅੱਜ ਅਸੀਂ ਆਪੋ ਆਪਣੀ ਮੱਤ ਅਨੁਸਾਰ ਜਿੱਥੇ ਜਿਸ ਨੂੰ ਜੀ ਕਰਦਾ ਉੱਥੋਂ ਟੇਕ ਬਣਾ ਲੈਂਦਾ ਹੈ। ਸ਼ਬਦ ਦੀ ਆਖਰੀ ਪੰਕਤੀ ਨੂੰ ਵੀ ਕਈ ਟੇਕ ਬਣਾ ਲੈਂਦੇ ਨੇ ਤੇ ਉਸੇ ਨੂੰ ਬਾਰ-ਬਾਰ ਦੁਹਰਾਉਂਦੇ ਨੇ। ਪਰ ਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਜਿਹੜਾ ਆਪਣਾ ਨਿਰਣਾ ਹੈ, ਜੋ ਪਾਤਸ਼ਾਹ ਜੀ ਦਾ ਆਪਣਾ ਸ਼ਬਦ ਦਾ ਸਰੂਪ ਦਿੱਤਾ ਹੈ, ਉਹਦੇ ਵਿੱਚ ਰਹਾਉ ਜਿਹੜਾ ਹੈ ਉਹ ਕੇਂਦਰੀ ਬਿੰਦੂ ਹੈ, ਸੈਂਟਰਲ ਆਈਡੀਆ ਹੈ, ਕੇਂਦਰੀ ਭਾਵ ਹੈ ਉਹਦੇ ਵਿੱਚ। ਤੇ ਇਸ ਲਈ ਵਿਚਾਰ ਤੋਂ ਪਹਿਲਾਂ ਉਸ ਨੂੰ ਵਿਚਾਰਿਆ ਜਾਂਦਾ ਹੈ ਤੇ ਉਸੇ ਦੇ ਅੱਗੇ ਫਿਰ ਪੂਰੇ ਸ਼ਬਦ ਦੀ ਵਿਚਾਰ ਆਉਂਦੀ ਹੈ। ਪਾਤਸ਼ਾਹ ਬਖਸ਼ਿਸ਼ ਪਿਆ ਕਰਦੇ, ਵੱਡੇ ਮੇਰੇ ਸਾਹਿਬਾ, हे मेरी साहिब तू बहुत ਵੱਡਾ ਹੈ। ਤੂੰ ਕਿੰਨਾ ਕੁ ਵੱਡਾ ਹੈ ਇਸ ਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ। ਤੂੰ ਇੰਨਾ ਕੁ ਵੱਡਾ ਹੈ ਕਿ ਉਸ ਵੱਡੇ ਦਾ ਆਰਲਾ ਤੇ ਪਾਰਲਾ ਬੰਨਾ ਲੱਭਿਆ ਨਹੀਂ ਜਾ ਸਕਦਾ। ਤੂੰ ਕਿੰਨਾ ਕੁ ਵੱਡਾ ਹੈ, ਦਿਸਦੇ ਅਣਦਿਸਦੇ ਬ੍ਰਹਿਮੰਡ ਦੇ ਅੰਦਰ ਇਸ ਕਾਇਨਾਤ ਤੇ ਕੁਦਰਤ ਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਤੇ ਤੇਰਾ ਅੰਦਾਜ਼ਾ ਕੀ ਲਾਇਆ ਜਾਵੇ। ਕਿਉਂਕਿ ਇਹ ਦਿਸਦਾ ਅਣਦਿਸਦਾ ਬ੍ਰਹਿਮੰਡ ਤੇ ਤੇਰੀ ਰਚਨਾ ਹੈ।
तैं आप दी रचना कीती है ते जिस दी रचना दा ही अंदाजा न लाया जा सकदा होवे, उस मालिक दा की अंदाजा लाया जा सकदा? वो किन्ना वड्डा है, किन्ना विशाल है। इसलिए बख्शिश पिया कर दे वड्डे मेरे साहिबा, गहर गंभीरा तू वड्डे डूंगे जिगरे वाला है। तू बहुत विशाल है, गुणी गहीरा, गुणा दी खजान है। तेरे गुणा दा भी अंत नहीं, तेरी गहर गंभीरता दा भी अंत नहीं। तेरा हिरदा किन्ना विशाल है, उसका भी कोई अंत नहीं। कोई ना जाने तेरा केता के वड चीरा, चीरा तो भाव विस्तार। तेरी इस कायनात कुदरत का किन्ना क विस्तार तैं कीता, इसका अंदाजा नहीं ते तेरा अंदाजा किथे ला पावांगे। तेरा विस्तार किन्ना वड्डा है, किन्ना आरला ते पारला बन्ना तेरा है। इसका विस्तार, मालिक का विस्तार, मालिक की कुदरत का अंदाजा नहीं लाया जा सकता। बल्कि इवन इथों तक कि जपजी साहिब जी के अंदर असीं पातशाह जी की बाणी पढ़ते हैं, जिथे बख्शिश पिया करदे समझाउंदे धन गुरु नानक साहिब महाराज जी, अंत न सिफती कहण न अंत, अंत न करना देण न अंत। करने उसका जिहड़ा कीता होया पसारा है, इसका अंत नहीं। इसका किन्ना बड़ा विस्तार है, इसका अंत नहीं। ते तेरी सिफत सलाह करके तेरा अंत नहीं पाया जा सकता, सिफत सलाहां का भी अंत नहीं। किन्नी क दुनिया मालिक की सिफत सलाह, मालिक की वडियाई, मालिक दीयां कथा कहानियां हर कोई आपो अपने ढंग तरीकों राही कर रहा है, पर की अंत पा लिया? कि असीं ये कह सकते हैं कि असीं अंत पा लिया? बस इस तो वड्डी होर कोई वडियाई नहीं हो सकती। जो मैं कह दिता, इस तो उपर कुछ नहीं है। नहीं, बल्कि असीं वेखदे हां कि जपजी साहिब जी दे ही ਵੱਖੋ ਵੱਖਰੇ विद्वानां ने आपो अपनी मत अनुसार 150 तो उपर टीके मिल जाएंगे मार्केट दे विच कि हर किसी ने जपजी साहिब नूं जिवें जिवें समझिया एवें एवें उन्हें विख्यान कर दिता, पर किसी ने दावा नहीं किया कि ये अंत हो मैं मुकम्मल कर लिया। बल्कि ख्याल करियो, बंगला साहिब एक बारी जिवें एग्जीबिशन लगती है ते उत्थे असीं स्टॉल दे उपर जिवें अपना भी स्टॉल लगता सिख मिशनरी कॉलेज का, उत्थे ड्यूटी निभा रहे सां ते एक गुरु नानक देव यूनिवर्सिटी का प्रोफैसर वो साडे पास आया ते उन्हें गुरु नानक साहिब महाराज जी की बाणी ते जीवन के उपर अपनी कोई किताब लिखी होनी ते वो आकर के सानू कहंदा तुसीं साडी किताब पढ़ी है, मेरी किताब पढ़ी है? मैं नवीं किताब लिखी है ते उहदे विच मैं मुकम्मल कर दिता है। कहंदा मुकम्मल कर दिता गुरु नानक साहिब जी नूं, उन्हां दीयां यात्रावां नूं, उन्हां दी बाणी नूं मुकम्मल कर दिता। मैं कहा तुसीं गुरु नानक साहिब जी दा अंत पा लिया? बस इन्ना ही कहा कि तुसीं गुरु नानक साहिब जी दा अंत पा लिया, तुहाडे कहण मुताबिक कि जो कुछ तुसां लिख दिता कह दिता वो अंत हो गया, उस तो उपर हुण कुछ नहीं। ते ख्याल करियो इन्नी गल सुन के उत्थों टुर पिया, अगों जवाब नहीं आया। क्योंकि हर कोई आपो अपनी मत अनुसार, बुद्धि अनुसार जिसनों जिन्ना कुछ समझ आया उन्ना को उन्हें विचार दे दिते, पर उसका ये फैसला कि मैं अंत कर दिता, मैं तो हुण मुकम्मल कर दिता, इस तो उपर कुछ भी नहीं, ऐसा नहीं कहा जा सकता। ये हौमे ते अहंकार दीयां गल्लां ने। गुरु आखदा सिफत सलाह करन दे नाल भी मालिक दा अंत नहीं पाया जा सकता। अंत न सिफती कहण न अंत, अंत न करना देण न अंत, अंत न वेखना सुनण न अंत। जिन्ना क विस्तार कीता कि असीं आख्या कि मुकम्मल वेख लिया कि साइंस
ਇਹ ਦਾਵਾ कर दिए कि ਅਸੀਂ पूरा जगत वेख लिया, संसार पूरा वेख लिया, पूरा विश्व वेख लिया, ਅਸੀਂ ਇਸ ਤੋਂ ਅੱਗੇ ਹੋਰ ਕੁਛ ਨਹੀਂ ਹੈ ਹੀ ਕੁਛ ਨਹੀਂ ਇਸ ਤੋਂ ਅੱਗੇ। ਵੇਖਣ ਦਾ ਵੀ ਅੰਤ ਨਹੀਂ ਤੇ ਸੁਣਨ ਦਾ ਵੀ ਅੰਤ ਨਹੀਂ ਪਾ ਸਕਦੇ। ਇਸ ਲਈ ਅੰਤ ਨ ਜਾਪੇ ਕਿਆ ਮਨ ਮੰਤ, ਅੰਤ ਨ ਜਾਪੈ ਕੀਤਾ ਆਕਾਰ। ਜਿੰਨਾ ਕੁਨੇ ਆਕਾਰ ਸਿਰਜਿਆ ਹੈ ਨਾ, ਇਸ ਦਾ ਵੀ ਅੰਤ ਨਹੀਂ। ਅੰਤ ਨ ਜਾਪੇ ਪਾਰਾਵਾਰ, ਆਰਲਾ ਤੇ ਪਾਰਲਾ ਬੰਨਾ ਨਹੀਂ ਲੱਭਿਆ ਜਾ ਸਕਦਾ। ਅੰਤ ਕਾਰਨ ਕੇਤੇ ਬਿਲ ਲਾਹੇ, ਤਾਂ ਕਿ ਅੰਤ ਨਾ ਪਾਏ ਜਾਏ। ਕਿੰਨੇ ਕ ਮੇਰੇ ਮਾलिक ਦਾ ਅੰਤ ਲੱਭਦੇ ਲੱਭਦੇ ਖੱਪ ਮਰ ਗਏ, ਚਲੇ ਗਏ ਸੰਸਾਰ ਤੋਂ, ਪਰ मालिक ਦਾ ਅੰਤ नहीं लभ्या जा सकता। इसलिए कहने लगे अंत कारण केते बिल लाहे, ताके अंत न पाए जाए। ये अंत ना जाने कोई, ये गुरमत का निर्णय। ये अंत मालिक का कोई दस नहीं पा सकता, कोई नहीं दस सकता। कोई मालिक अकाल पुरख की रचना का अंत नहीं पा सकता, ते मालिक की खुद का अंत किवें पा सकते हैं? असीं किवें कह सकते हो किन्ना क वड्डा है, किहड़ी शेप च है, किस शेप विच है? वो मनुखी शेप दे विच है या किसी होर शेप विच है? उहदा आकार किहो जिहा है? वो मर्द है या इस्त्री है, किहो जिहा है? उत्ते कण-कण विच बैठा होया है। इसलिए वो निराकार है, इसलिए असीं उहनूं निरंकार आखदे हां। निरंकार तो भाव है निराकार, जिसका कोई आकार नहीं। वो निराकार है, इसलिए असीं निरंकार शब्द उसलिए यूज करते हैं कि मालिक अकाल पुरख निरंकार है। इसलिए तू ही निरंकार, तू ही निरंकार, तू ही निरंकार दी धुनी गुरु नानक साहिब महाराज जी लाउंदे सन। पातशाह कहंदे हे मेरे मालिक तू निराकार है, निराकार है, निराकार है। तेरा आकार जिहड़ा है वो नहीं दसिया जा सकदा। अच्छा ख्याल करियो, जे मेरे मालिक दा आकार नहीं दसिया जा सकदा, फिर असीं मालिक नूं स्थापित किवें कर सकदे हां? क्योंकि आम तौर ते सानू ये सुनन नूं, मिलण नूं, वेख्या जांदा है साडे समाज दे अंदर। असीं आखदे हां असीं भगवान दी मूर्ति स्थापित कर दित्ती है। भगवान रब अकाल पुरख वाहिगुरू जी वो तो निराकार है, उसकी मूर्ति किवें स्थापित कर सकते हैं? किवें असीं कह सकते हैं कि वो किस शेप विच है, किहड़े रूप रंग विच है? जबकि गुरु दी बाणी दा फैसला है, थापिया ना जाए कीता ना होए आपे आप निरंजन सोए। उदों थापिया नहीं जा सकता, स्थापित नहीं किया जा सकता, कीता ना होए पैदा नहीं किया जा सकता, क्योंकि वो आपे आप निरंजन सोए। वो अपने आप दे विच आपे ही निरंजन माया तो रहत होकर के निराकार विच रहिंदा है, किसी आकार विच उसनूं नापिया नहीं जा सकता। इसलिए वो कितना वड्डा है ये दसिया नहीं जा सकता। उसकी रचना कितनी वड्डी है ये दसी नहीं जा सकती। वो किस तरीके दे नाल रहिंदा है ये दसिया नहीं जा सकता। वो किवें ते किस प्रकार अपना हुक्म चलाउंदा है ते उसदे हुक्म विच संसार पिया चल रहा है, इसका भी अंत नहीं पाया जा सकता। ये मुकम्मल तौर दे उपर दसिया नहीं जा सकता। हाँ जिन्नी कोई जिसने समझिया उन्ना कुछ विचार पेश कर दिते, पर पातशाह बख्शिश पिया करदे कहन लगे बहुता कहीए बहुता होए वड्डा साहिब ऊंचा थां ऊंचे ऊपर ऊंचा नाव। वो वड्डा साहिब है, वो बहुत उच्चा है, फिर उसने अपना नाम अपने तो उच्चा रखिया, जिहड़ा नाम नाल जुड़दा है, जिहड़ा उसनूं याद करदा है, जिहड़ा उसदा सिमरन करदा है, वो मालिक दे विच भेद हो जांदा है। इसलिए कहन लगे वड्डा साहिब ऊंचा थां ऊंचे ऊपर ऊंचा नाव। ए वड ऊंचा होवे कोई तिस ऊंचे को जाने। जे उस तो कोई वड्डा होवे तो मालिक आपे पिया जान सकदा उस तो वड्डा कौन है, पर उस तो वड्डा ते है ही कोई नहीं। ये मालिक जान सकता है कि उस तो वड्डा कोई है ते उस तो वड्डा कोई है नहीं। इसलिए कहने लगे ए वड ऊंचा होवे कोई तिस ऊंचे को जाने सोए। जे वड आप ते वड तेरी दात। जिन्ना वड्डा आप है ना
उन्नी वड्डी उसकी दात है, उसदियां दातां ने ਅਸੀਂ ਸਾਹ ਲੈ ਰਹੇ ਹਾਂ, ਆਕਸੀਜਨ ਲੈ ਰਹੇ ਹਾਂ। ਇਹ ਕਿੰਨੀ ਵੱਡੀ ਦਾਤ ਹੈ, ਸਾਨੂੰ ਖਰੀਦਣੀ ਨਹੀਂ ਪੈਂਦੀ। ਇਹ ਨਹੀਂ ਕਿ ਅੱਜ ਮੇਰੇ ਗੁਆਂਢੀ ਨਾਲ ਨਹੀਂ ਬਣਦੀ ਤਾਂ ਮੈਂ ਆਖਾਂਗਾ ਆਕਸੀਜਨ ਮੈਂ ਬੰਦ ਕਰ ਦੇਣੀ ਹੈ ਜੀ, ਹੈ ਮੈਂ ਆਪਣੀ ਲਾਈਨ ਨਹੀਂ ਨੂੰ ਦੇਣੀ, ਅੱਜ ਇਹਦੇ ਲਈ ਆਕਸੀਜਨ ਬੰਦ ਹੋ ਸਕਦਾ? ਨਹੀਂ ਹੋ ਸਕਦਾ। ਖਿਆਲ ਕਰਿਓ ਉਹਦੀ ਖੂਬੀ ਕੀ ਹੈ। ਕਦੇ ਫੁੱਲ ਨੂੰ ਤੱਕਿਆ ਜੇ, ਫੁੱਲ ਦਾ ਆਕਾਰ ਹੈ ਪਰ ਫੁੱਲ ਵਿੱਚ ਬੈਠੀ ਸੁਗੰਧੀ ਜਿਹੜੀ ਹੈ ਉਹਦਾ ਕੋਈ ਆਕਾਰ ਨਹੀਂ। ਫੁੱਲ ਉੱਪਰ ਅਸੀਂ ਪਾਬੰਦੀ ਲਾ ਸਕਦੇ ਹਾਂ, ਮੇਰਾ ਗੁਆਂਢੀ ਮੇਰਾ ਫੁੱਲ ਨਾ ਵੇਖੇ, ਮੇਰਾ ਬਗੀਚਾ ਨਾ ਵੇਖੇ, ਅਸੀਂ ਕੰਧਾਂ ਉੱਚੀਆਂ ਕਰ ਲਾਂਗੇ, ਪਰ ਖਿਆਲ ਕਰਿਓ ਫੁੱਲ ਵਿੱਚ ਬੈਠੀ ਸੁਗੰਧੀ ਜਿਹੜੀ ਹੈ ਨਾ, ਉਸ ਤੇ ਸਾਡਾ ਕੰਟਰੋਲ ਨਹੀਂ। ਹਵਾ ਦਾ ਝੋਂਕਾ ਆਇਆ ਨਹੀਂ ਕਿ ਖੁਸ਼ਬੂ ਸਾਰੇ ਪਾਸੇ ਫੈਲ ਜਾਣੀ ਹੈ। ਇਸ ਲਈ ਮਾਲਕ ਐਸਾ ਹੈ ਕਿ ਉਸ ਨੂੰ ਕਿਸੇ ਪ੍ਰਕਾਰ ਵੀ ਅਸੀਂ ਆਪਣੀ ਬੰਦਿਸ਼ ਵਿੱਚ ਨਹੀਂ ਰੱਖ ਸਕਦੇ, ਉਸ ਨੂੰ ਕਿਸੇ ਪ੍ਰਕਾਰ ਵੀ ਉਸ ਤੇ ਆਪਣੀ ਬਾਉਂਡਰੀਜ਼ ਨਹੀਂ ਦਾਇਰ ਕਰ ਸਕਦੇ, ਉਸ ਨੂੰ ਕਿਸੇ ਆਕਾਰ ਵਿੱਚ ਸਥਾਪਿਤ ਨਹੀਂ ਕਰ ਸਕਦੇ। ਉਸ ਮਾਲਕ ਦੀ ਰਚਨਾ ਜਿਹੜੀ ਹੈ, ਉਸਨੇ ਜਿਹੜੀ ਆਪਣੀ ਰਚਨਾ ਕੀਤੀ ਹੈ, ਉਹ ਰਚਨਾ ਹੀ ਬੇਮਿਸਾਲ ਤੇ ਉਹ ਰਚਨਾ ਹੀ ਇੰਨੀ ਵੱਡੀ ਹੈ ਕਿ ਜਿੰਨਾ ਵੱਡਾ ਉਹ ਆਪ ਹੈ, ਉਨੀਆਂ ਵੱਡੀਆਂ ਉਹਦੀਆਂ ਦਾਤਾਂ ਨੇ। ਪਾਤਸ਼ਾਹ ਕਹਿੰਦੇ ਪਹਿਲਾ ਪਾਣੀ ਜਿਉ ਹੈ ਜਿਤ ਹਰਿਆ ਸਭ ਕੋਏ। ਪਾਣੀ ਕਿੰਨੀ ਵੱਡੀ ਦਾਤ ਹੈ, ਇਸ ਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ। ਪਾਣੀ ਤੋਂ ਹੀ ਸਭ ਕੁਝ ਪੈਦਾ ਹੁੰਦਾ ਹੈ, ਪਾਣੀ ਨਾ ਹੋਵੇ ਤਾਂ ਕੁਝ ਪੈਦਾ ਨਹੀਂ ਹੋ ਸਕਦਾ। ਪਰ ਪਾਣੀ ਵਿੱਚ ਵੀ ਮੇਰੇ ਮਾਲਕ ਨੇ ਬਾਖੂਬੀ ਗੁਣ ਰੱਖੇ ਨੇ, ਉਹ ਗਰਮ ਵੀ ਹੁੰਦਾ ਹੈ ਤੇ ਠੰਡਾ ਵੀ ਹੁੰਦਾ ਹੈ। ਇਹ ਗੁਣ ਹੈ ਉਹਦੇ ਅੰਦਰ। ਇਸ ਪਾਣੀ ਤੋਂ ਹੀ ਬਿਜਲੀ ਚੱਲ ਰਹੀ ਹੈ, ਬਿਜਲੀ ਬਣ ਰਹੀ ਹੈ, ਇਹ ਮਾਲਕ ਦਾ ਗੁਣ ਹੈ ਉਹਦੇ ਅੰਦਰ। ਤੇ ਪਾਣੀ ਹਰ ਇੱਕ ਦੇ ਅੰਦਰ ਹੈ, ਜੀਵਨ ਦੀ ਹਰ ਇੱਕ ਸ਼ੈ ਵਿੱਚ ਪਾਣੀ ਹੈ, ਪੌਦਿਆਂ ਵਿੱਚ ਹੀ ਪਾਣੀ ਹੈ, ਸਾਡੇ ਵਿੱਚ ਹੀ ਪਾਣੀ ਹੈ। ਸਾਡਾ ਤੇ ਜੀਵਨ ਦਾ ਜਿਹੜਾ ਹਿੱਸਾ ਹੈ, ਜਿਹੜਾ ਸਰੀਰ ਬਣਿਆ, ਇਸ ਸਰੀਰ ਦੇ ਵਿੱਚ 70% 75% ਪਾਣੀ ਹੈ, ਪਾਣੀ ਤੋਂ ਹੀ ਬਣਿਆ। ਜੀਵਨ ਦੀ ਪੈਦਾਇਸ਼ ਹੀ ਪਾਣੀ ਦੇ ਇੱਕ ਬੁਲਬੁਲੇ ਤੋਂ ਹੋਈ, ਪਾਣੀ ਹੈ। ਕਿੰਨੀ ਵੱਡੀ ਦਾਤ ਹੈ ਕਿ ਜੀਵਨ ਦੇ ਸ਼ੁਰੂਆਤ ਹੀ ਪਾਣੀ ਦੇ ਇੱਕ ਬੁਲਬੁਲੇ ਤੋਂ ਸ਼ੁਰੂ ਕੀਤੀ। ਤੇ ਕਿੰਨਾ ਵੱਡਾ ਮਨੁੱਖ ਸਾਜ ਦਿੱਤਾ, ਕਿੰਨੇ ਵੱਡੇ ਜੀਵ ਸਾਜ ਦਿੱਤੇ, ਕਿੰਨੇ ਵੱਡੇ ਵੱਡੇ ਪਹਾੜ ਸਾਜ ਦਿੱਤੇ, ਕਿੰਨਾ ਵੱਡਾ ਉਸ ਮੇਰੇ ਮਾਲਕ ਨੇ ਕਾਇਨਾਤ ਤੇ ਕੁਦਰਤ ਸਾਜ ਦਿੱਤੀ। ਤੇ ਪਹਿਲਾ ਪਾਣੀ ਜੀਉ ਹੈ। ਉਸ ਦੀ ਇਸ ਦਾਤ ਦੀ ਅਸੀਂ ਕੀਮਤ ਅਦਾ ਕਰ ਸਕਦੇ ਹਾਂ? ਉਸ ਦੀ ਇਸ ਦਾਤ ਬਾਰੇ ਅਸੀਂ ਦੱਸ ਸਕਦੇ ਹਾਂ? ਕੁਝ ਉਸ ਦੀ ਅਸੀਂ ਵਡਿਆਈ ਕਰਕੇ ਆਖੀ की कीमत पा लांगे? ऐसा नहीं। इसलिए कहन लगे ਵੇਖੋ मालिक जड़ा है ए वड ऊंचा होवे कोए जिस ऊंचे को जाना सोए जे वड आप ते वड तेरी दात नानक नदरी करमी दात। जेवड़ आप जाने आप नानक नदरी करमी दात। उसकी बख्शिश उसकी रहमत हो जाए, उसकी रहमतां विचों सच की दात मिल जाए तो इस तो वड्डी दात होर कोई नहीं। तो ख्याल करियो वो किन्ना वड्डा है मेरा मालिक अकाल पुरख वाहिगुरू जी। इसलिए वड्डे मेरे साहिबा गहर गंभीरा वड्डे गहरे जिगरे वाला है। उसका जिगरा किन्ना को वड्डा है। आधी तो दुनिया नास्तिक होई बैठी पर किसी नूं आखे कि अज इहनूं रिजक नहीं देना। आधी तो ज्यादा दुनिया नास्तिक रब मंदी ने पर कदे आखे इहनूं जीवन नहीं देना। कहर गंभीर है, वड्डे जिगरे वाला है। ਉਹ ਤੇ ਇੰਨਾ ਵਿਸ਼ਾਲ ਹੈ ਕਿ ਜੇ ਉਸ ਦੀ ਸਿਫਤ ਸਲਾਹ ਕਰੀਏ ਤੇ ਉਸ ਅੰਦਰ ਕੋਈ ਅਹੰਕਾਰ ਨਹੀਂ ਪੈਦਾ ਹੋ ਜਾਂਦਾ कि वाह वाह मेरी सिफत सलाह हो रही है। तो जे उसकी कोई सिफत सलाह ना भी करे तो मायूस नहीं होता कि मेरा कोई नाम ही नहीं जप रहा। वैसा नहीं, उसके किसी प्रकार भी ये असर नहीं होता। जिन्हों सानू साडे मन ते असर होंदा है ना, सानू कुछ मिल गया, किसी ने शाबाश दे दी, मन जिहड़ा मन दे हंकार आ जांदा, वाह वाह मेरी ते सिफत सलाह हो रही है, अज मैनू सलाहिया गया, मैनू शाबाश दी जा रही है। जे मैनू किसी ने कुछ कहा नहीं, मैं चंगा काम भी किया पर सलाहिया नहीं तो मैं मायूस हो जाऊंगा। मैनू किसी पूछया ही नहीं, मैं तो इन्ना सोहना काम किया, मेरा स्टेज तो नाम ही लिया गया।
पर ये रब अकाल पुरख दे विच ये जिहड़े सुभाਅ ने वो नहीं ने, वो स्थिर रहिंदा है, इक्को जिहा रहिंदा है। ये साडे सुभाਅ ने, रब दे सुभाਅ नहीं। ते रब दा सुभाਅ है वो हमेशा हर समय हर वक्त इक्को जिहा रहिंदा है। इसलिए पातशाह बख्शिश पिया करदे, गहर गंभीरा गुणी गहीरा कोई न जाने तेरा केता के वड चीरा। कोई नहीं जान सकता मेरे मालिक तू किन्ना वड्डा है, तेरा विस्तार किन्ना वड्डा है, तेरी ते इस कायनात ते कुदरत दा कोई अंत नहीं पा सकता, फिर तेरा अंत किवें कोई पावे। तेरी ती साजी हुई इस रचना बारे कुछ ज्यादा बयान नहीं किया जा सकता, फिर मेरे मालिक तेरे बारे कौन बयान कर पाए। इहो कारण है कि धन गुरु नानक साहिब महाराज जी जिस समय जगन्नाथपुरी गए ना, ਤੇ ਕੀ ਵੇਖਦੇ ਨੇ ਕਿ ਉੱਥੋਂ ਦੇ ਪੁਜਾਰੀਆਂ ਨੇ ਇੱਕ ਬਹੁਤ ਵੱਡਾ ਮੰਦਿਰ ਉਸਾਰਿਆ ਹੋਇਆ ਤੇ ਉਸ ਮੰਦਿਰ ਦੇ ਵਿੱਚ ਇੱਕ ਬਹੁਤ ਵੱਡੀ ਪੱਥਰ ਦੀ ਮੂਰਤੀ ਬਣਾ ਕੇ ਰੱਖੀ ਹੋਈ। ਉਸ ਮੂਰਤੀ ਦਾ ਨਾਮ ਰੱਖਿਆ ਹੋਇਆ ਜਗन्नाथ। ਇਹ ਜਗਤ ਦਾ ਨਾਥ ਹੈ। ਤੇ ਫਿਰ ਉਹ ਸਵੇਰੇ ਸ਼ਾਮ ਉਸ ਮੂਰਤੀ ਦੇ ਅੱਗੇ ਖਲੋ ਕਰਕੇ ਥਾਲ ਲੈ ਕੇ ਦੀਵੇ ਜਗਾ ਕੇ ਮੋਤੀ ਰੱਖ ਕੇ ਤੇ ਨਾਲ ਫੁੱਲ ਰੱਖ ਕੇ ਧੂਪ ਬੱਤੀ ਕਰਕੇ ਉਹ ਫਿਰ ਆਰਤੀ ਪਿਆ ਕਰਦੇ ਨੇ ਤੇ ਉਸਦੇ ਅੱਗੇ ਉਹ ਥਾਲ ਪਿਆ ਘੁਮਾਉਂਦੇ ਨੇ ਤੇ ਆਖਦੇ ਨੇ ਅਸੀਂ ਜਗन्नाथ ਦੀ ਆਰਤੀ ਕਰ ਰਹੇ ਹਾਂ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਜਿਸ ਸਮੇਂ ਗਏ ਤੇ ਸਾਰਾ ਨਜ਼ਾਰਾ ਵੇਖਿਓ ਨੇ ਕੀ ਕੁਝ ਵਾਪਰਿਆ, ਕੀ ਕੁਝ ਹੋ ਰਿਹਾ। ਗੁਰੂ ਪਾਤਸ਼ਾਹ ਮਹਾਰਾਜ ਜੀ ਨੂੰ ਕਹਿਣ ਲੱਗੇ ਤੁਸੀਂ ਸਾਡੀ ਆਰਤੀ ਵਿੱਚ ਸ਼ਾਮਲ ਹੋਵੋ ਤੇ ਪਾਤਸ਼ਾਹ ਜੀ ਇੱਕ ਸਾਈਡ ਖੜ ਕੇ ਸਾਰਾ ਤਮਾਸ਼ਾ ਵੇਖਦੇ ਰਹੇ ਜੋ ਕੁਝ ਉੱਥੇ ਹੁੰਦਾ ਸੀ। बाहर निकले ते ख्याल करियो एक जगह ते आके बैठ गए। पुजारियां ने आके पूछया तुसी नाराज हो गए, असीं तुहानूं अपनी आरती विच बुलाया सी, तुसी आके एक साइड ते खलो के वेख के चले गए। की गल साडी आरती पसंद नहीं आई? जगन्नाथ दी असीं आरती उतारन कर रहे हैं। पातशाह कहंदे तुहानूं किवें खबर होई कि जगन्नाथ इहो जी शक्ल सूरत विच है जिहो जी तुसां बनाई है? तुहानूं किवें खबर होई कि जगन्नाथ इहो जिहा है? ਜਿਹੜਾ ਜਗਤ ਦਾ ਨਾਥ ਹੈ ਨਾ ਉਹ ਤੇ ਕਣ ਕਣ ਵਿੱਚ ਬੈਠਾ ਹੋਇਆ। ਸਭ ਮੈਂ ਜੋਤ, ਜੋਤ ਹੈ ਸੋਏ ਤਿਸਦੇ ਚਾਨਣ, ਸਭ ਮੈਂ ਚਾਨਣ ਹੋਏ ਕਣ ਕਣ ਵਿੱਚ ਬੈਠਾ ਹੋਇਆ। ਤੁਹਾਨੂੰ ਕਿਵੇਂ ਖਬਰ ਹੋਈ ਜਗਤ ਦਾ ਨਾਥ ਇਸ ਸ਼ਕਲ ਸੂਰਤ ਵਿੱਚ? ਫਿਰ ਸਾਡੀ ਕੀ ਪਾਇਆ ਕਿ ਅਸੀਂ ਰੱਬ ਦੀ ਆਰਤੀ ਕਰ ਸਕੀਏ? ਸਾਨੂੰ ਤੇ ਉਸ ਬਾਰੇ ਕੋਈ ਖਬਰ ਹੀ ਨਹੀਂ ਕਿੰਨਾ ਵੱਡਾ ਕਿਸ ਆਕਾਰ ਤੇ ਹੈ। ਅਸੀਂ ਕਿਵੇਂ ਬਿਠਾਈਏ, ਕਿਵੇਂ ਸਥਾਪਿਤ ਕਰੀਏ? ਆਓ ਤੁਹਾਨੂੰ ਦਿਖਾਉਂਦਾ उस जगन्नाथ अकाल पुरख वाहिगुरू जी की सच्ची आरती ते कुदरत आपे पिया करी। कहंदे किवें करी आपे? कहंदे आओ ओ वेखो, तारियां नूं तक्को, चंद्रमा नूं तक्को, सूरज चढ़ेगा उहनूं तक्को, फिर बनस्पति नूं वेखो, फिर आले दुआले पहाड़ां चों आ रही ठंडी हवा नूं तक्को। तुसीं वेखो एक कुदरती आरती जिहड़ी है ना रब दी रोजाना हर वक्त हर सेकंड हो रही है। ਤੁਸੀਂ ਤੇ ਸਵੇਰ ਤੇ ਸ਼ਾਮ ਕਰ ਰਹੇ ਨਾ, ਉਹ ਤੇ ਹਰ ਸੈਕਿੰਡ ਹੋ ਰਹੀ ਹੈ। ਗगन ਮੈਂ ਥਾਲ ਰਾਵ ਚੰਦ ਦੀਪਕ ਬਨੈ, ਤਾਰਿਕਾ ਮੰਡਲ ਜਨਕ ਮੋਤੀ, ਧੂਪ ਮਲ ਆਨ ਲੋ ਪਵਨ ਚਵਰੋ ਕਰੇ, ਸਗਲ ਬਨ ਰਾਏ ਕੁਲੰਤ ਜੋਤੀ, कैसी आरती होए भव खंडना तेरी आरती। हे मेरे मालिक कैसी सोहनी आश्चर्य करने वाली तेरी आरती अपने आप पे हो रही। आ वेखो ते गगन रूपी थाल आकाश नूं तक्को, इस विच दो वड्डे दीवे चंद्रमा ते सूरज नूं तक्को, इस विच तारियां नूं तक्को मोतियां दी तरह बैठे होए ने। आ मले पर्वत तो आने वाली हवा नूं तक्को, खुशबू पिया विखा रही है। आ इन्ने फुल्लां नूं तक्को, इन्हां विचों भी खुशबू आ रही है। ये सारा कुछ जिन्ना कुछ है, जिन्नी को बनस्पति वेखदे आ, जिन्ने कुछ फुल वेखदे आ, ये ते मेरे मालिक अकाल पुरख दी आरती 24 घंटे पिया कर रहे हैं। हवा चल रही है, पवन ओदी चौर हो रही है। कुदरत आप अपने साजन वाले दी आरती आप कर रही है। इसलिए गगन मैं थाल राव
चांदी पक बने तारका मंडल, जनक मोती धूप मले आन लो, पवन चवरो करे सगल बन राय, बुलंत ज्योति कैसी आरती होए। औखंड ना, इसलिए मेरे मालिक अकाल पुरख की आरती अपने आप हो रही है। ते पातशाह बख्शिश पिया करदे, जेड़े आखदे ना मालिक वड्डा है, मालिक वड्डा है, किवें आखदे, कहन लगे सोना वड्डा आखै सब कोई, सारे आखदे ने मालिक वड्डा है। मैं किसी को सुनिया ते मैं आख्या मालिक वड्डा है, मेरे को किसी ने सुनिया उन्हें आख्या मालिक वड्डा है, दो गल्लां जोड़तियां दो घटा दित्तियां ते चल पिया मसला मालिक वड्डा है, मालिक वड्डा है। पर कदे किसी ने अखां नाल वेखिया होवे ते आखे मालिक किन्ना वड्डा है। सोना वड्डा आखै सब कोई, के वड वड्डा डीठा होए, किन्ना क वड्डा है। जे किसी ने डीठा होए देखिया होवे तो दसे किन्ना क वड्डा हो, पर किसी ने वेखिया उसनूं वेखण लई ते ये अखां काम नहीं करदी। नानक शेखणिया बयाना ਜਿਹੜੀ ਦਿਸਣ ਦੋ ਮਾਂ ਪੇਰੀ, ਉਹ ਅੱਖਾਂ ਹੀ ਹੋਰ ਨੇ, ਉਹ ਅਨਭਵ ਦੀਆਂ ਅੱਖਾਂ ਨੇ ਜਿਨ੍ਹਾਂ ਰਾਹੀਂ ਉਹ ਦਿਸਦਾ ਹੈ, ਪਰ ਉਹਨਾਂ ਅੱਖਾਂ ਰਾਹੀਂ ਵੀ ਉਹਦਾ ਅੰਤ ਨਹੀਂ ਪਾ ਸਕਦੇ। ਉਹ ਮਹਿਸੂਸ ਜ਼ਰੂਰ ਹੁੰਦਾ ਹੈ ਲੇਕਿਨ ਉਹਦਾ ਅੰਤ ਨਹੀਂ ਪਾ ਸਕਦੇ। ਉਹ ਇਹ ਨਹੀਂ ਦੱਸ ਸਕਦੇ ਕਿੰਨਾ ਵੱਡਾ ਹੈ। ਇਸ ਲਈ ਕਹਿਣ ਲੱਗੇ ਸੋਹਣਾ ਵੱਡਾ ਆਖੈ ਸਭ ਕੋਏ, ਕਿ ਵੱਡ ਵੱਡਾ ਡੀਠਾ ਹੋਏ, कीमत पाए ना कहे आ जाए, कहने वाले तेरे रहे समाए। हाँ, हे मेरे मालिक, कीमत पाए ना कहे आ जाए, उसकी कीमत नहीं दसी जा सकती कितना वड्डा है, उसकी कीमत अदा ही नहीं की जा सकती। कीमत उसकी अदा होती है जिस दे बदले कुछ होवे। मार्केट में कोई चीज़ आउंदी है, असीं आखदे हां ਇਹ ਚੀਜ਼ 100 ਰੁਪਏ ਦੀ ਹੈ, 150 ਦੀ ਹੈ, ਇਸ ਦਾ ਮਤਲਬ ਉਹਦੀ 150 ਕੀਮਤ ਹੈ, ਉਹਦੀ ਕੀਮਤ ਫਿਕਸ ਕਰ ਦਿੱਤੀ ਗਈ ਹੈ। ਉਹ ਉਹਨੇ ਦਾ ਮਿਲ ਸਕਦਾ ਹੈ, 100 150 ਰੁਪਏ ਸਾਡੇ ਕੋਲ ਹੈ ਤਾਂ ਅਸੀਂ ਖਰੀਦ ਸਕਦੇ ਹਾਂ ਉਸ ਦੇ ਬਦਲੇ ਵਿੱਚ, ਪਰ ਉਸ ਜਿਹਾ ਤਾਂ ਕੋਈ ਹੈ ਹੀ ਨਹੀਂ। ਇਸ ਲਈ ਕੀਮਤ ਪਾਏ ਨਾ ਕਿਹਾ ਜਾਏ। ਹੁਣ ਖਿਆਲ ਕਰਿਓ, ਉਹਦੀ ਸਿਫਤ ਸਲਾਹ ਦੇ, ਉਸਦੀ ਗੁਣਾਂ ਦੀ ਵੀ ਕੀਮਤ ਅਦਾ ਨਹੀਂ ਕੀਤੀ ਜਾ ਸਕਦੀ। ਉਸਦੇ ਗੁਣ ਵੀ ਅਮੁੱਲ ਨੇ, अमुल गुण अमुल व्यापार, अमुल व्यापारिये अमुल भंडार, अमुल आवे अमुल लै जाहे, अमुल पाए अमुला समाहे। इसलिए कहने लगे अमुल धर्म, अमुल दी बाण, उसका धर्म भी अमुल है ते उस धर्म की कचहरी भी अमुल है, उसका दरबार भी अमुल है। अमुल तुल अमुल परवान, जिन्हां वट्टियां नाल ओह तोलदा है ना, ओह वट्टे भी अमुल ने, ते ओह तकड़ी दे छाबे भी अमुल ने, जिन्हां नाल ओह सच झूठ पिया तोल के वेखदा है। कहण लगे अमुल बख्शीश, उसदियां बख्शिशां भी अमुल ने, उसदी भी कोई कीमत अदा नहीं की जा सकती। अमुल निशान, अमुल करम, अमुल फुरमान, अमुलो अमुल आखिया ना जाए, आख आख रहे लिव लाए। आखे कौन कौन आख रही है, कौन कौन लिव ला के उसकी व्याख्या कर रहा है। पछे कहते आखें वेद पाठ पुराण, आखें पढ़े करें वखियाण, आखें ब्रह्म आखें इंद, आखें गोपी तै गोविंद, आखें ईश्वर आखें सिद्ध, आखें केते कीते बुद्ध, आखें दानव आखें देव, आखें सोर नार मुन जन सेव, केते आखें आखण पाहे, केते कह कह उठ उठ जाए, किन्ने क आख आख के गल्लां कर कर के विचारां दे के उस बारे सिफत सलाह कर कर के उसकी व्याख्या कर कर के संसार च आए ते संसार तो उठ के चले गए। किन्ने क आए ते किन्ने क चले गए, एदा भी कोई अंत नहीं। इसलिए कहने लगे केते कह कह उठ उठ जाहे, एते कीते जिन्हां ने हुण तक अज दे दिन तक अज दे समय तक जिन्ने क आए, जिन्हां ने आकर के मालिक दी सिफत सलाह कीती, जे इस तो भी दुगने ते चुगने होर हो जाण
जिन्हां ने मालिक अकाल पुरख की वडियाई कर करके उसका अंदाजा लाना चाहया, उसका अंत लाना चाहया, उसका वड्डापन वेखना चाहया, वो किन्ना क वड्डा है, किन्ना क विस्तार उसदा ये वेखना चाहया। परशक कहंदे एते कीते होर करें, जिन्ने क हो चुके ने उस तो होर भी डबल हो जान, पर आख ना सकें के पर फिर भी मेरे मालिक अकाल पुरख वाहिगुरू जी का अंदाजा नहीं ला सकते। तो ख्याल करियो जिन्नियां ने अंदाजे ला ला के उसके गुणा की कीमत अदा करनी चाहिए, उसकी कीमत दसनी चाहिए, जिन्हों ने उस बारे बयान करना चाहया, पर कहते वो सारा कुछ मिला करके हुण तक वेखिए तो तिल वडियाई है। किन्नी? तिल जिनी वडियाई, तिल वडियाई, तिल किन्ना क हुंदा है? सारा कुछ मिला करके वेख लीए, जिन्नियां ने वडियाइयां कीतियां, सिफत सलाहां कीतियां, उस बारे दसना चाहया, व्याख्या की, जिन्ना कुछ असीं कर रहे हैं, ये सारा कुछ किन्ने दे बराबर है जी? तिल वडियाई। इसलिए कहने लगे एते कीते होर करें तां आख ना सकें केई के जेवड़ भावै तेवड़ होए, नानक जाने साचा सोए। वो ते मालिक आप ही जानता है कि आप किन्ना क वड्डा है, आप ही जानता है किन्ना क अमुल है, वो आप अपने बारे आप जानता है, पर असीं उस बारे कुछ ज्यादा बयान नहीं कर सकते। मेरा मालिक तो ऐसा है सोना वड्डा आखै सब कोए के वड वड्डा दीठा होए, कीमत पाए न कहे आ जाए, कहने वाले तेरे रहे समाए। हाँ एक गल ये है जरूर, जिहड़े सचमुच मेरे मालिक अकाल पुरख की वडियाई करते ने, इसलिए करते ने कि मेरे मालिक मेरे जीवन का जिहड़ा ये मनोरथ है, ये मनोरथ पूरा हो जाए। जिहड़े इसलिए मेरे मालिक की सिफत सलाह करते हैं कि मेरे मालिक तैं जीवन बख्शिया है, इस जीवन में तेरी सिफत सलाह करके मैं अपने जीवन को सवार सकां, वो मेरे मालिक दे विच भेद हो जाते हैं। जिवें दरिया, नदियां, नाले, झरने आदि अपना सफर तय करते हुए सीधा जाके समुद्र विच मिल जाते हैं, उत्थे समुद्र दे विच मिल करके समुद्र का रूप हो जाते हैं, पर वो समुद्र की गहराई बारे आ करके नहीं दस सकते किन्ना क गहरा है। ये नहीं कह सकते कि हुण असीं किहड़े दरिया तो आए उसी का ही रूप हो गए, उत्थे सारा कुछ मेट हो गया, सिर्फ समुद्र रह गया। इसलिए नदियां अते वाह भावें समुद्र ना जानिए, समुद्र शाह सुल्तान उत्ते सुल्तान है, उत्ते वड्डा है, उत्ते बहुत वड्डा है, उत्थे होंद ही खत्म हो जाती है अपनी, केवल समुद्र रह जाता है। इसलिए गुरु आखदा है, कहने लगे हे मेरे मालिक कहने वाले तेरे रहे समाए, बड़े मेरे साहिबा कहर गंभीरा, गुणी गहीरा कोई न जाने, तेरा केता के वड चीरा रहा। सब सुरती मिल सुरत कमाई, सब कीमत मिल कीमत पाई। सारियां ने एकाग्रचित होकर के एक जगह ते बैठ के टोलियां बना के हर एक ने आपू अपने ढंग तरीके राही सुरतां जोड़ करके उस मालिक की सिफत सलाह करनी चाहिए, उसका अंदाजा लाना चाहिए, उसकी कीमत पानी चाहिए। सब सुरती मिल सुरत कमाई, सब कीमत मिल कीमत पाई, ज्ञानी ध्यानी गुर गुर हाई। गुर गुर हाई ज्ञानी ध्यानी का विशेषण है। पाओ जी ज्ञानी ध्यानी आखना हो तो गुर गुर हाई कह सकते हैं, जो गुर गुर हाई कहना तो ज्ञानी ध्यानी कह सकते हैं। पर कहते ज्ञानी ध्यानी ज्ञानवाना ने, ध्यान जोड़न वालिया ने, ज्ञानिया ध्यानिया ने, उन्होंने भी यत्न कर लिया। ज्ञानी ध्यानी गुर गुर हाई, कहन न जाई तेरी तिल वड्याई। हुणे विचार आया सी कि मालिक अकाल पुरख वाहिगुरू जी दी जिन्नियां भी सिफत सलाहां ते कहना होया ना कि मालिक इन्ना वड्डा है, इन्ना है, उसके गुण ये ने, आ कुछ है, आ कुछ है, जिन्ना क होया, बादशाह कहंदे तेरी तिल वड्याई, तिल जिन्नी भी वड्याई नहीं मेरे मालिक कर सकते। इसलिए कहन न जा
वडियाई तेरी दिल वडियाई सब सत सब तप सब चंगियाइयां। इसनू समझना सिद्धा पुरखा किया वडियाइयां तुद वेणा सिद्धि किनै ना पाइया कर्म मिलै नहीं ठाक रहाइया। हाँ, ਜਿਹੜੇ ਮੇਰੇ ਮਾਲਕ ਅਕਾਲ ਪੁਰਖ ਵਾਹਿਗੁਰੂ ਜੀ ਦੀ ਬਖਸ਼ਿਸ਼ਾਂ ਤੇ ਰਹਿਮਤਾਂ ਲੈਂਦੇ ਨੇ, ਪਰ ਉਹ ਮਾਲਕ ਅਕਾਲ ਪੁਰਖ ਵਾਹਿਗੁਰੂ ਜੀ ਦਾ ਆਰਲਾ ਤੇ ਪਾਰਲਾ ਬੰਨਾ ਨਹੀਂ ਲੱਭਦੇ। ਉਹਨਾਂ ਦਾ ਜੀਵਨ ਦਾ ਮਨੋਰਥ ਹੁੰਦਾ ਹੈ ਕਿ ਅਸੀਂ ਮਾਲਕ ਅਕਾਲ ਪੁਰਖ ਵਾਹਿਗੁਰੂ ਜੀ ਦੇ ਵਿੱਚ ਅਭੇਦ ਹੋਣਾ, ਅਸੀਂ ਆਪਣੇ ਜੀਵਨ ਨੂੰ ਸਵਾਰਨਾ ਹੈ, ਅਸੀਂ ਆਪਣੇ ਜੀਵਨ ਦੇ ਅੰਦਰ ਚੰਗੇ ਕਾਰਜ ਕਰਕੇ, ਜੀਵਨ ਦੇ ਅੰਦਰ ਸ਼ੁਭ ਗੁਣ ਧਾਰਨ ਕਰਕੇ, ਜੀਵਨ ਦੇ ਅੰਦਰ ਮਾਲਕ ਅਕਾਲ ਪੁਰਖ ਵਾਹਿਗੁਰੂ ਜੀ ਦੀ ਵਡਿਆਈ ਦੇ ਪਾਤਰ ਬਣ ਕੇ ਅਸੀਂ ਆਪਣੇ ਜੀਵਨ ਨੂੰ ਮਾਲਕ ਅਕਾਲ ਪੁਰਖ ਵਾਹਿਗੁਰੂ ਜੀ ਦਰਬਾਰ ਵਿੱਚ ਪ੍ਰਵਾਨ ਕਰਵਾਉਣਾ ਹੈ। ਜਿਹੜੇ ਐਸੇ ਨੇ ਜਿਹੜੇ ਆਪਣੇ ਜੀਵਨ ਦੇ ਮਨੋਰਥ ਨੂੰ ਚੇਤੇ ਰੱਖਦੇ ਨੇ, ਜਿਹੜੇ ਗੁਰੂ ਪਾਤਸ਼ਾਹ ਮਹਾਰਾਜ ਜੀ ਵੱਲੋਂ ਬਖਸ਼ਿਸ਼ ਕੀਤੀ ਇਸ ਬਾਣੀ ਦੇ ਬਚਨ ਨੂੰ ਚੇਤੇ ਰੱਖਦੇ ਨੇ ਕਿ ਭਾਈ ਪ੍ਰਾਪਤ ਮਾਨੁਖ ਦੇ ਹੋਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ। ਜਿਹੜੇ ਇਸ ਗੱਲ ਨੂੰ ਚੇਤੇ ਰੱਖਦੇ ਨੇ ਕਿ ਵਾਰੀ ਮਿਲੀ ਹੈ ਮਨੁੱਖਾ ਜਨਮ ਨੂੰ ਸਫਲ ਕਰਨ ਦੀ, ਮਾਲਕ ਦੇ ਵਿੱਚ ਅਪੇਧ ਹੋਣ ਦੀ, ਉਹ ਮੇਰੇ ਮਾਲਕ ਅਕਾਲ ਪੁਰਖ ਵਾਹਿਗੁਰੂ ਜੀ ਦੀਆਂ ਵਡਿਆਈਆਂ ਵੀ ਕਰਦੇ ਨੇ ਤੇ ਮਾਲਕ ਅਕਾਲ ਪੁਰਖ ਦੇ ਗੁਣਾਂ ਨਾਲ ਸਾਂਝ ਵੀ ਪਾਉਂਦੇ ਨੇ। ਇਸ ਲਈ ਸਭ ਸਤ ਸਭ ਤਪ ਸਭ ਚੰਗਿਆਈਆਂ। ਸਤ ਤੋਂ ਭਾਵੇਂ ਚੰਗਾ ਕੰਮ, ਤਪ ਤੋਂ ਭਾਵੇਂ ਕਾਰਣਾ, ਮਿਹਨਤ, ਮਸ਼ੱਕਤ। ਜਿਵੇਂ ਜੋਗੀ ਲੋਕ ਆਪਣੇ ਸਰੀਰ ਨੂੰ ਬੜੇ ਸਖਤ ਕਸ਼ਟ ਦਿੰਦੇ ਨੇ ਤੇ ਆਖਦੇ ਨੇ ਅਸੀਂ ਭਗਤੀ ਕਰਦੇ ਹਾਂ। ਕੋਈ ਜੇਠ ਹਾੜ ਦੇ ਵਿੱਚ ਅੱਗ ਬਾਲ ਕਰਕੇ ਅੱਗ ਦੇ ਵਿੱਚ ਬੈਠ ਜਾਂਦਾ ਹੈ, ਕੋਈ ਜਲ ਧਾਰਾ ਦੇ ਥੱਲੇ, ਠੰਡੇ ਜਲ ਧਾਰਾ ਦੇ ਥੱਲੇ ਬੈਠ ਜਾਂਦਾ ਹੈ, ਕੋਈ ਪਹਾੜਾਂ ਦੀਆਂ ਗੁਫਾਵਾਂ ਵਿੱਚ ਜਾ ਵੜਦਾ ਹੈ, ਕੋਈ ਸਰਦ ਰੁੱਤੇ ਜਾ ਕਰਕੇ ਪਹਾੜਾਂ ਦੇ ਉੱਪਰ ਬਰਫ਼ ਦੇ ਵਿੱਚ ਬੈਠ ਜਾਂਦਾ ਹੈ। ਆਪਣੇ ਆਪ ਨੂੰ ਕਸ਼ਟ ਦੇ ਕਰਕੇ ਆਖਦੇ ਨੇ ਅਸੀਂ ਰੱਬ ਦੀ ਭਗਤੀ ਕਰਦੇ ਹਾਂ। ਪਰ ਪਾਤਸ਼ਾਹ ਕਹਿੰਦੇ ਸਭ ਤਪ ਸਭ ਸਤ ਸਭ ਤਪ, ਸਾਰੇ ਚੰਗੇ ਕਰਮ ਕਰਨ ਦੇ ਲਈ ਜਿਹੜੀ ਮੁਸ਼ੱਕਤ ਤੇ ਮਿਹਨਤ ਆਮ ਮਨੁੱਖ ਕਰਦਾ ਹੈ, ਸਭ ਚੰਗਿਆਈਆਂ ਤੇ ਸਾਰੀਆਂ ਚੰਗਿਆਈਆਂ ਦੇ ਵਿੱਚ ਭਾਵੇਂ ਚੰਗੇ ਗੁਣਾਂ ਦੇ ਵਿੱਚ ਆਪਣੇ ਜੀਵਨ ਨੂੰ ਲੈ ਕੇ ਆਉਂਦਾ ਹੈ। हे ਮੇਰੇ ਮਾਲਕ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ, ਸਿੱਧ ਜੋਗੀਆਂ ਜਿਹੀ ਭਾਵ ਸਖਤ ਮਿਹਨਤ ਤੇ ਮੁਸ਼ੱਕਤ ਕਰਕੇ ਮੇਰੇ ਮਾਲਕ ਜੀ ਕੀਆਂ ਵਡਿਆਈਆਂ, ਉਹਨਾਂ ਦੀਆਂ ਵਡਿਆਈਆਂ ਆਪਾਂ ਮਾਲਕ ਤੇਰੀਆਂ ਵਡਿਆਈਆਂ ਕਰਦੇ ਨੇ। ਤੁਧ ਵਿਣ ਸਿੱਧੀ ਕਿਨੇ ਨਾ ਪਾਈਆ, ਪਰ ਤੇਰੇ ਤੋਂ ਬਿਨਾ ਇਹ ਚੰਗੇ ਕਰਮ, ਤੇਰੇ ਤੋਂ ਬਿਨਾ ਇਹ ਚੰਗੇ ਜਿਹੜਾ ਵਿਵਹਾਰ, ਤੇਰੇ ਤੋਂ ਬਿਨਾ ਇਹ ਚੰਗੀਆਂ ਵਡਿਆਈਆਂ, ਤੇਰੇ ਤੋਂ ਬਿਨਾ ਚੰਗੇ ਗੁਣਾਂ ਦੇ ਨਾਲ ਸਾਂਝ ਨਹੀਂ ਹੋ ਸਕਦੀ। ਤੂੰ ਰਹਿਮਤ ਕਰਦਾ ਤੇ ਸਾਰਾ ਕੁਝ ਇੱਕ ਆਮ ਮਨੁੱਖ ਜੀਵਨ ਚ ਕਰ ਲੈਂਦਾ, ਤੂੰ ਬਖਸ਼ਿਸ਼ ਕਰਦਾ ਤੇ ਆਮ ਮਨੁੱਖ ਜੀਵਨ ਚ ਚੰਗੇ ਕਰਮ ਕਰ ਲੈਂਦਾ, ਤੂੰ ਬਖਸ਼ਿਸ਼ ਕਰਦਾ ਤੇ ਆਮ ਮਨੁੱਖ ਇੱਕ ਜੀਵਨ ਦੇ ਵਿੱਚ ਚੰਗੀ ਘਾਲਣਾ, ਮਿਹਨਤ ਤੇ ਮੁਸ਼ੱਕਤ ਕਰਕੇ ਕਾਮਯਾਬ ਹੋ ਜਾਂਦਾ ਹੈ। ਤੇਰੀ ਰਹਿਮਤ ਦੇ ਸਦਕਾ ਹੀ ਤੇ ਹੁੰਦਾ ਹੈ, ਤੇਰੀ ਤੋਂ ਬਿਨਾ ਕੁਝ ਨਹੀਂ। ਚੰਗਾ ਕੰਮ, ਚੰਗਾ ਕਾਰਜ, ਚੰਗੀ ਵਡਿਆਈ ਜਦੋਂ ਆਪਣੇ ਜੀਵਨ ਅੰਦਰ ਵੇਖਦੇ ਅਸੀਂ ਆਮ ਤੌਰ ਤੇ ਨਜ਼ਰ ਮਾਰਦੇ ਹਾਂ ਸਾਰਾ ਕੁਝ ਚੰਗਾ ਹੋਵੇ, ਚੰਗਾ ਹੀ ਤਾਂ ਕਰ ਰਹੇ, ਕਿਸੇ ਬੁਰਾ ਤਾਂ ਕਰਦੇ ਨਹੀਂ। ਪਰ ਖਿਆਲ ਕਰਿਓ ਚੰਗੇ ਕਰਮ ਜਿਹੜੇ ਨਾ, ਕਈ ਵਾਰੀ ਐਸਾ ਵੀ ਮੌਕਾ ਆ ਜਾਂਦਾ ਹੈ ਜਦੋਂ ਸਭ ਕੁਝ ਤਿਆਗ ਕਰਕੇ ਕੇਵਲ ਤੇ ਕੇਵਲ ਇੱਕ ਸੱਚ ਨੂੰ ਜ਼ਿੰਦਾ ਰੱਖਣ ਦੇ ਲਈ ਤੁਰ ਪੈਣਾ ਹੁੰਦਾ ਹੈ। ਇੱਕ ਇਤਿਹਾਸ ਦੀ ਘਟਨਾ ਚੇਤੇ ਆ ਰਹੀ, ਬੋਤਾ ਸਿੰਘ ਤੇ ਗਰਜਾ ਸਿੰਘ ਦੀ। ਰਸਤੇ ਦੇ ਵਿੱਚ ਝਾੜੀਆਂ ਦੇ ਪਿੱਛੇ ਬੈਠੇ ਹੋਏ ਸਨ। ਉਹਨਾਂ ਝਾੜੀਆਂ ਦੇ ਪਿੱਛੇ ਬੈਠੇ ਹੋਏ ਤੇ ਰਸਤੇ ਤੋਂ ਲੋਕੀ ਜਾ ਰਹੇ ਨੇ, ਕਿਸੇ ਨੇ ਵੇਖਿਆ ਕਿ ਉਹ ਦੋ ਸਿੱਖ ਬੈਠੇ ਹੋਏ ਨੇ। ਆਪਸ ਚ ਵਾਰਤਾਲਾਪ ਸ਼ੁਰੂ ਹੋ ਗਈ। ਇੱਕ ਕਹਿੰਦਾ ਉਹ ਵੇਖ ਸਿੱਖ ਬੈਠੇ ਨੇ, ਦੂਜੇ ਕਹਿੰਦਾ ਤੈਨੂੰ ਪਤਾ ਨਹੀਂ
हुकूमत ने ऐलान किया सिख सारे खत्म कर दिते ने, सिखां दा सर्वनाश कर दिता, हुण कोई सिख बचिया ही नहीं। वो कहता नहीं नहीं, वो तो वेख, कहता नहीं जे सिख होंदे ते एवें छुपदे ना, ये सिख नहीं है। तुर गए। वो वार्तालाप बहुता सिंह ते गर्जा सिंह सुन रहे ने, ते जी साडे वांगू होंदे ते कहंदे चलो बला टलीए ते निकल गए, ਅਸੀਂ ਹੋਰ ਪਾਸੇ ਜਾਈਏ। पर ਬਹੁਤਾ ਸਿੰਘ ਤੇ ਗਰਜਾ ਸਿੰਘ ਦੇ ਮਨ ਦੇ ਵਿੱਚ ਆਇਆ ਕਿ ਹਕੂਮਤ ਨੇ ਐਲਾਨ ਕੀਤਾ ਸਿੱਖ ਸਾਰੇ ਮਾਰ ਦਿੱਤੇ, ਸਿੱਖਾਂ ਦਾ ਸਰਵਨਾਸ਼ ਕਰ ਦਿੱਤਾ। ਫੈਸਲਾ ਕੀਤਾ ਕਿ ਅਸੀਂ ਸਰਕਾਰ ਖਾਲਸਾ ਤਿਆਰ ਕਰਨਾ, ਐਲਾਨ ਕਰਨਾ, ਦੁਨੀਆ ਨੂੰ ਦੱਸਣਾ ਗੁਰੂ ਕਲਗੀਧਰ ਪਾਤਸ਼ਾਹ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਸਿੱਖ ਖਤਮ ਨਹੀਂ ਹੋਇਆ। ਉਹ ਰਸਤੇ ਵਿੱਚ ਆ ਗਏ, ਉਸੇ ਰਸਤੇ ਵਿੱਚ ਆ ਕਰਕੇ ਚੁੰਗੀ ਲਾ ਦਿੱਤੀ, ਜਿਹੜਾ ਵੀ ਆਉਂਦਾ ਤੇ ਜਾਉਂਦਾ ਉਸ ਕੋਲ ਟੈਕਸ ਕਰਾਉਣਾ ਸ਼ੁਰੂ ਕਰ ਦਿੱਤਾ। ਆਖਿਆ ਸਰਕਾਰ ਖਾਲਸਾ ਇੱਥੇ ਜਿਹੜਾ ਉਹ ਤਿਆਰ ਹੋ ਚੁੱਕਾ ਹੈ, ਬਣ ਚੁੱਕਾ ਹੈ, ਖਾਲਸਾ ਰਾਜ ਬਣ ਚੁੱਕਾ ਹੈ। ਕਿੱਥੇ ਬਣਿਆ? ਕਹਿੰਦੇ ਇੱਥੇ ਹੁਣੇ ਹੀ ਬਣ ਗਿਆ, ਹੁਣੇ ਚੁੰਗੀ ਲੈ ਦੇਣੀ ਪੈਣੀ ਹੈ, ਜਿਹੜਾ ਵੀ ਇਸ ਰਸਤੇ ਤੋਂ ਟੁਰੇਗਾ ਉਸ ਨੂੰ ਟੈਕਸ ਦੇਣਾ ਪੈਣਾ। ਉਹਨਾਂ ਨੇ ਟੈਕਸ ਜਿਹੜਾ ਉਹ ਫਿਕਸ ਕੀਤਾ, ਗੱਡੇ ਦਾ ਟੈਕਸ ਕੀ ਲਾਉਣਾ ਹੈ, ਕੋਈ ਜਿਹੜਾ ਆਪਣੇ ਜਿਹੜੇ ਮਵੇਸ਼ੀ ਲੈ ਕੇ ਆ ਰਹੇ ਆ ਉਸ ਦਾ ਕੀ ਟੈਕਸ ਲਾਉਣਾ ਹੈ, ਕੋਈ ਪੈਦਲ ਚੱਲ ਰਿਹਾ ਉਸ ਦਾ ਕੀ ਟੈਕਸ ਲਾਉਣਾ ਹੈ, ਕੋਈ ਡੰਗਰ ਲੈ ਕੇ ਆ ਰਿਹਾ ਉਸ ਦਾ ਕੀ ਟੈਕਸ ਲਾਉਣਾ ਹੈ, ਕੋਈ ਗੱਡੇ ਲੈ ਕੇ ਆ ਰਿਹਾ ਉਹਦਾ ਕੀ ਟੈਕਸ ਲਾਉਣਾ ਹੈ। ਸਾਰਿਆਂ ਦਾ ਵੱਖੋ ਵੱਖਰਾ ਟੈਕਸ ਉਗਰਾਉਣਾ ਸ਼ੁਰੂ ਕਰ ਦਿੱਤਾ। 3-4 ਦਿਨ ਲਗਾਤਾਰ ਉਹ ਟੈਕਸ ਉਗਰਾਉਂਦੇ ਰਹੇ, ਕਿਸੇ ਨੂੰ ਉਸ ਰਸਤੇ ਤੋਂ ਜਾਣ ਨਹੀਂ ਸੀ ਦਿੰਦੇ ਜਿੰਨਾ ਚਿਰ ਟੈਕਸ ਨਾ ਲੈਣ। ਆਖਦੇ ਖਾਲਸਾ ਦਰਬਾਰ ਦਾ ਟੈਕਸ ਦਿਓ। ਆਸ-ਪਾਸ ਦੇ ਪਿੰਡਾਂ ਦੇ ਵਿੱਚ ਗੱਲ ਫੈਲ ਗਈ ਕਿ ਖਾਲਸਾ ਰਾਜ ਹੋ ਗਿਆ ਜੀ, ਪੁਰਾਣੀ ਜਗ੍ਹਾ ਤੇ ਟੈਕਸ ਲੈ ਰਹੇ ਨੇ। ਉਹਨਾਂ ਨੇ ਚੁੰਗੀ ਲਾਈ ਹੋਈ ਆਪਣੀ, ਤੇ ਖਾਲੀ ਕਿੰਨੇ ਸਿੱਖ ਨੇ? 2 ਸਿੱਖ ਨੇ। ਸਭ ਸਤ, ਸਭ ਤਪ, ਸਭ ਚੰਗਿਆਈਆਂ ਮਾਲਕ ਆਪੇ ਪਿਆ ਕਰਵਾ ਦਿੰਦਾ ਹੈ। ਤੇ ਖਿਆਲ ਕਰਿਓ, ਉਹਨਾਂ ਨੇ ਫਿਰ ਵੇਖਿਆ ਕਿ 4-5-7 ਦਿਨ ਹੋ ਗਏ ਆ, ਕੋਈ ਫੌਜ ਇਸ ਪਾਸੇ ਨਹੀਂ ਆ ਰਹੀ। ਉਹਨਾਂ ਨੇ ਚਿੱਠੀ ਲਿਖੀ, ਚਿੱਠੀ ਲਿਖੇ ਯੋ ਸਿੰਘ ਬੋਤਾ, ਹੱਥ ਹੈ ਛੋਟਾ ਮੋਟਾ, ਆਨਾ ਲਾਇਆ ਗੱਡੇ ਨੂੰ, ਪੈਸਾ ਲਾਇਆ ਖੋਤਾ, ਯੁਆਖੀ ਭਾਬੀ ਖਾਨ ਨੂੰ ਯੁਆਖੇ ਸਿੰਘ ਬੋਤਾ। ਬਹੁਤਾ ਸਿੰਘ ਤੇ ਗਰਜਾ ਸਿੰਘ ਨੇ ਚਿੱਠੀ ਲਿਖ ਕਰਕੇ ਸਰਕਾਰ ਨੂੰ ਭੇਜ ਦਿੱਤੀ। ਕਹਿਣ ਲੱਗੇ ਕਿ ਅਸੀਂ ਤੇ ਅੱਜ ਜਿਉਂਦੇ ਹਾਂ, ਅਸੀਂ ਇੱਥੇ ਹੀ ਹਾਂ, ਅਸੀਂ ਕਾਇਮ ਹੈ, ਸਾਡਾ ਰਾਜ ਕਾਇਮ ਹੈ। ਤੇ ਦੁਸ਼ਮਣ ਦੀਆਂ ਫੌਜਾਂ ਆਈਆਂ, ਮੁਗਲਿਆ ਫੌਜ ਆਈ, ਉਹਨਾਂ ਨੇ ਘੇਰਾ ਪਾਇਆ ਤੇ ਘੇਰਾ ਪਾ ਕੇ ਜੰਗ ਸ਼ੁਰੂ ਹੋ ਗਈ। ਇੱਕ ਕੋਲ ਡਾਂਗ ਸੀ, ਇੱਕ ਕੋਲ ਸ੍ਰੀ ਸਾਹਿਬ ਸੀ, ਕਿੰਨਾ ਚਿਰ ਲੜਦੇ। ਆਖਰ ਦੋਵਾਂ ਨੇ ਪਿੱਠਾਂ ਜੋੜ ਕਰਕੇ ਚੌਹਾਂ ਤਰਫਾਂ ਤੋਂ ਆ ਰਹੇ ਹਮਲਾਵਰਾਂ ਦੇ ਨਾਲ ਜੂਝਦੇ ਹੋਏ ਸ਼ਹਾਦਤਾਂ ਪ੍ਰਾਪਤ ਕਰ ਲਈਆਂ ਤੇ ਸੰਸਾਰ ਦੀ ਹਿਸਟਰੀ ਵਿੱਚ ਇੱਕ ਨਵਾਂ ਨਾਮ ਪੈਦਾ ਕਰ ਦਿੱਤਾ, ਗਰਜਾ ਸਿੰਘ ਤੇ ਬੋਤਾ ਸਿੰਘ, ਜਿਨ੍ਹਾਂ ਨੇ ਅਣਖ ਪਿੱਛੇ, ਸੱਚ ਪਿੱਛੇ, ਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਬਖਸ਼ਿਸ਼ ਕੀਤੇ ਸੱਚ ਦੇ ਬੋਲਾਂ ਪਿੱਛੇ ਕਿ ਖਾਲਸਾ ਕੋਈ ਮਿਟਾ ਨਹੀਂ ਸਕਦਾ, ਸਿੱਖੀ ਦਾ ਬੀਜਨਾਸ਼ ਕੋਈ ਕਰ ਨਹੀਂ ਸਕਦਾ। ਇਹ ਸਾਰਾ ਕੁਝ ਸਮੇਂ ਦੀਆਂ ਸਰਕਾਰਾਂ ਦਾ ਝੂਠ ਨੰਗਾ ਕਰਨ ਦੇ ਲਈ ਉਹਨਾਂ ਨੇ ਸ਼ਹਾਦਤਾਂ ਪ੍ਰਾਪਤ ਕੀਤੀਆਂ, ਪਰ ਉਹਨਾਂ ਨੇ 2 ਮਿੰਟ ਵੀ ਇਹ ਨਹੀਂ ਸੋਚਿਆ ਸਮਝਿਆ ਜਾਂ ਆਪਣੇ ਲਈ ਕਿ ਸਾਡੇ ਪਰਿਵਾਰ ਦਾ ਕੀ ਹੋਏਗਾ, ਸਾਡਾ ਕੀ ਬਣੇਗਾ, ਕੀ ਹੋਏਗਾ। ਨਹੀਂ, ਜਦੋਂ ਗੱਲ ਅਣਖ ਦੀ ਆ ਗਈ, ਜਦੋਂ ਗੱਲ ਸੱਚ ਦੀ ਆ ਗਈ, ਉਦੋਂ ਟੁਰ ਪਏ। ਇਸ ਲਈ ਪਾਤਸ਼ਾਹ ਬਖਸ਼ਿਸ਼ ਪਿਆ, ਇਹ ਕਰਨ ਤੇ ਕਰਾਉਣ ਵਾਲਾ ਮਾਰਕ ਆਪ ਹੈ। ਉਹਨਾਂ ਵਿੱਚ ਵੀ ਕੋਈ ਆਪਣਾ ਨਹੀਂ, ਉਹਨਾਂ ਦੇ ਅੰਦਰ ਵੀ ਇਹ ਤੀਬਰ ਇੱਛਾ ਤੇ ਇਸ ਪ੍ਰਕਾਰ ਦੇ ਸੱਚ ਦੇ ਵਿਚਾਰ ਪੈਦਾ ਕਰਨ ਵਾਲਾ ਵੀ ਨਿਰੰਕਾਰ ਆਪ ਹੈ। ਇਸ ਲਈ ਕਹਿਣ ਲੱਗੇ ਸਭ ਸਤ, ਸਭ ਤਪ, ਇਹ ਕਰੜੀ ਘਾਲਣਾ, ਆਪਣੇ ਸੱਚ ਦੇ ਵਿਚਾਰਾਂ ਦੇ ਵਿੱਚ ਜੀਵਨ ਜਿਉਣਾ ਭਾਵੇਂ 2 ਪਲ ਦੇ ਲਈ ਹੋਵੇ, ਇਹ ਵੀ ਮੇਰੇ ਮਾਲਕ ਕਾਲਪੁਰ ਦੀ ਰਹਿਮਤ ਸਦਕਾ ਹੀ ਵਾਪਰਦਾ ਹੈ। ਸਭ ਸਤ, ਸਭ ਤਪ, ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਦੀਆਂ ਵਡਿਆਈਆਂ, ਤੁਧ ਵਿਣ ਸਿੱਧੀ ਕਿਨੈ ਨਾ ਪਾਈ। ਤੇਰੇ ਤੋਂ ਬਿਨਾਂ ਤੇ ਕੋਈ ਸਿੱਧੀ ਪ੍ਰਾਪਤ ਕਰ ਹੀ ਨਹੀਂ ਸਕਦਾ, ਤੇਰੇ ਤੋਂ ਬਿਨਾਂ ਤੇ ਇਹ ਸੱਚ ਦੇ ਮਾਰਗ ਤੇ ਕੋਈ ਤੁਰ ਨਹੀਂ ਸਕਦਾ, ਤੇਰੇ ਤੋਂ ਬਿਨਾਂ ਤੇ ਸੱਚ ਦੇ ਗੁਣ ਕੋਈ ਧਾਰਨ ਕਰ ਹੀ ਨਹੀਂ ਸਕਦਾ। ਮੇਰੇ ਮਾਲਕ ਜੀ, ਕਰਮ ਮਿਲੈ ਨਹੀਂ ਠਾਕ ਰਹਾਈਆਂ। ਹੇ ਮੇਰੇ ਮਾਲਕ, ਤੇਰੀ ਬਖਸ਼ਿਸ਼ ਹੋ ਜਾਏ ਤੇ ਤੇਰੀ ਬਖਸ਼ਿਸ਼ ਦੇ ਵਿੱਚ ਵੀ ਕੋਈ ਡੱਕਾ ਨਹੀਂ ਲਾ ਸਕਦਾ, ਨਾ ਠਾਕ ਰਹਾਈਆਂ, ਕੋਈ ਰੋਕ ਨਹੀਂ ਸਕਦਾ ਇਸ ਗੱਲ ਨੂੰ। ਜਦੋਂ ਮਾਲਕ ਦਾ ਹੁਕਮ ਹੋਇਆ, ਮਾਲਕ ਦੀ ਰਹਿਮਤ ਹੋਈ, ਬਖਸ਼ਿਸ਼ ਹੋਈ, ਕਿਸੇ ਤੇ ਵੀ ਆਪਣਾ ਮੇਰਾ ਭਰਿਆ ਹੱਥ ਰੱਖ ਕੇ ਵੱਡੇ ਤੋਂ ਵੱਡਾ ਕਾਰਜ ਕਰਾ ਦਿੰਦਾ ਹੈ। 31 ਅਕਤੂਬਰ ਆ ਰਿਹਾ ਹੈ ਤੇ 31 ਅਕਤੂਬਰ ਵਾਲੇ ਦਿਨ ਵੀ
गुरु ने रहमत करके बख्शिश करके खालसे की चढ़ती कला दे विच जिहड़ा खालसा जिहड़ा चढ़ती कला में जा रहा सी, जिहदी सोच दे विच किते ना किते डर सी, वो डर नूं खत्म करन दे लई गुरु ने रहमत करके बख्शिश ते रहमत करके आप कर्म मिलै नाही ठाक रहाइयां रहमत कीती कि उस रहमत दे विच किसे दा कोई चारा नहीं चलिया ते ਸਿੰਘਾਂ ने वो वड्डा कारनामा जिहड़ा 31 अक्तूबर नूं ही कीता ते गुरु ने बख्शिश करके आखिया कर्म मिलै नाही ठाक रहाइयां, उस विच कोई रुकावट नहीं पैदा कर। आखण वाला क्या बेचारा सिफती भरे तेरे भंडारा, जिस तू दे तिस है क्या चारा, नानक सच सवारण हारा। सिफती भरे तेरे भंडारा, तेरे सिफती दे भंडार भरे पे ने। आखण वाला क्या विचारा, जिहड़ा आख रहा है, जिहड़ा विचार दे रहा है, मेरे मालिक उहदे भी अपने वस कोई नहीं। क्या विचारा, क्योंकि मेरे मालिक जिन्नी तू रहमत करदा उन्हां को बयान कर रहा है। ते सिर्फ तेरे भंडारे सिफत सलाह दे भरे पे ने, जिस तू दे तिसे क्या चारा, नानक सच सवारण हारा। है नानक सच अकाल पुरख वाहिगुरू सदा थे रहन वाला है, ਉਹੀ ਜੀਵਨ ਨੂੰ ਸਵਾਰਦਾ ਹੈ। ਉਸ ਸੱਚ ਨਾਲ ਜੁੜ ਜਾਈਏ ਤੇ ਜੀਵਨ ਸਵਰ ਜਾਂਦਾ ਹੈ। ਉਸ ਸੱਚ ਦੀ ਰਹਿਮਤ ਹੋ ਜਾਏ ਤੇ ਜੀਵਨ ਸਵਰ ਜਾਂਦਾ ਹੈ। ਉਸ ਸੱਚ ਦੀ ਵਡਿਆਈ ਤੇ ਬਖਸ਼ਿਸ਼ ਹੋ ਜਾਏ ਤੇ ਜੀਵਨ ਅੰਦਰ ਸੱਚ ਦੇ ਕਾਰਨਾਮੇ ਹੋ ਜਾਂਦੇ ਨੇ। ਉਸ ਮਾਲਕ ਅਕਾਲ ਪੁਰਖ ਵਾਹਿਗੁਰੂ ਦੀ ਰਹਿਮਤ ਹੋ ਜਾਏ ਤੇ ਸੱਚ ਦੇ ਕਾਰਨਾਮਿਆਂ ਦੇ ਵਿੱਚ ਕੋਈ ਰੋਕ ਰੁਕਾਵਟ ਨਹੀਂ ਪਾ ਸਕਦਾ। ਗੁਰੂ ਰਹਿਮਤ ਕਰੇ, ਗੁਰੂ ਬਖਸ਼ਿਸ਼ ਪਿਆ ਕਰੇ। ਮੇਰਾ ਮਾਲਕ ਜਿਹੜਾ ਹੈ ਸਭ ਤੋਂ ਵੱਡਾ ਹੈ, उसका अंत नहीं पा सकते। वो अमुल है, उसके गुणा का भी अंत नहीं पा सकते। वो किन्ना क वड्डा ते विशाल है, उस बारे कुछ बहुता बयान नहीं कर सकते। इसलिए केवल ते केवल जीवन का ये मकसद बन आवे कि भई प्राप्त मानुख दे हुरिया गोबिंद मिलन की ए तेरी बरिया, अवर काज तेरे किते नाकाम, मिल साध संगत बच केवल नाम होई। भुल गलती दी खिमा परवानो फतेह। वाहिगुरु जी का खालसा, वाहिगुरु जी की